ਆਪਾਂ ਗੱਲ ਕਰਦੇ ਆ ਨਾ ਹਮੇਸ਼ਾ ਵੀ ਰਾਜ ਦੀ ਗੱਲ ਕਰਦੇ ਆ ਆਪਾਂ ਕਿ ਅਸੀਂ ਰਾਜ ਦੀ ਗੱਲ ਕਿਉਂ ਨਾ ਕਰੀਏ। ਤੇ ਦਸਮ ਪਾਤਸ਼ਾਹ ਦਾ ਆਪਾਂ ਹੁਕਮ ਫਰਮਾਨ ਪੜ੍ਹਦੇ ਵੀ ਕਹਿੰਦਾ ਮੈਂ ਹਵਾ ਇਹੋ ਜਿਹੀ ਚਲਾਉਂਗਾ ਵੀ ਉਹ ਬਸ ਹਵਾ ਦਾ ਜਿਹੜਾ ਉਹ ਲੋਰ ਹੋਊਗਾ ਨਾ, ਹਵਾ ਦਾ ਜਿਹੜਾ ਬੁੱਲਾ ਹੋਊਗਾ ਉਹ ਖਾਲਸਾ ਸਜਾਉਂਦਾ ਜਾਊਗਾ। ਮੇਰੀ ਮੱਤ ਕਹਿੰਦੀ ਆ, ਮੇਰਾ ਭਰੋਸਾ ਇਹ ਕਹਿੰਦਾ ਵੀ ਉਹ ਸਮਾਂ ਆ ਗਿਆ ਹੁਣ ਤੁਹਾਡੇ ਕੋਲ। ਹੁਣ ਇਹਨੂੰ ਹਵਾ ਦੇ ਬੁੱਲੇ ਨੂੰ ਪਛਾਣਨ ਦੀ ਲੋੜ ਆ, ਹੁਣ ਉਹਨੂੰ ਸਮਝਣ ਦੀ ਲੋੜ ਆ। ਦੀਪ ਚਲ ਗਿਆ ਸੀ ਗਰੁੱਪ ਸਾਡੇ ਵਿੱਚੋਂ। ਸੰਤ ਗਿਆਨੀ ਜਰਨੈਲ ਸਿੰਘ ਸਾਡੇ ਵਿੱਚ ਅੱਜ ਵੀ ਉਹ ਸੋਚ ਵਿਚਾਰਧਾਰਾ ਹੈਗੀ ਆ, ਉਹੀ ਵਿਚਾਰਧਾਰਾ ਦੀਪ ਲੈ ਕੇ ਚੱਲਿਆ ਸੀ। ਵਿਚਾਰਧਾਰਾ ਉਹੀ ਸੀ, ਫਲਸਫਾ ਤਰੀਕਾ ਬਦਲ ਗਿਆ ਕਿਉਂਕਿ ਅਸੀਂ ਥੋੜਾ ਜਿਹਾ ਯੁੱਗ ਪਲਟੂ ਚ ਆ ਗਏ ਆ ਨਾ। ਜਿਹੜੀ ਸਾਡੇ ਨੌਜਵਾਨ ਸਿੱਖੀ ਨੂੰ ਪਿਆਰ ਤਾਂ ਬਹੁਤ ਕਰਦੇ ਨੇ, ਕੋਈ ਦੋਰਾਵਾਂ ਨਹੀਂ, ਉਹ ਸਿਰ ਧੜ ਦੀ ਬਾਜੀ ਲਾਉਣ ਨੂੰ ਹਮੇਸ਼ਾ ਤਤਪਰ। ਕੱਲ ਤੁਸੀਂ ਦੇਖ ਲਿਆ ਜੇਲ੍ਹ ਦੇ ਵਿੱਚ ਇੱਕ ਮੁੰਡਾ ਜਿਹੜਾ ਵਾ ਗੈਂਗਸਟਰ ਸੀਗਾ, ਮੋਨਾ ਸੀ, ਪਰ ਉਹਨੇ ਉਹ ਦੋਸ਼ੀ ਨੂੰ ਜੁੱਤੀ ਫੇਰੀ ਆ ਜਿਹਨੇ ਬੜੇ ਮੁੰਡਿਆਂ ਦਾ ਪਿੱਛੇ ਮੁਕਾਬਲਾ ਬਣਾ ਕੇ ਸ਼ਹੀਦ ਕੀਤਾ ਸੀ। ਦੀਪ ਦੀ ਜਿਹੜੀ ਸੋਚ ਆ ਹੁਣ ਉਹ ਸੋਚ ਕੀ ਸੀ? ਉਹਦੀ ਸੋਚ ਸੀ ਆਪਣੇ ਪੰਜਾਬ ਦੀ ਗੱਲ, ਆਪਣੇ ਪੰਥ ਦੀ ਗੱਲ, ਆਪਣੇ ਹੱਕਾਂ ਦੀ ਗੱਲ ਹਮੇਸ਼ਾ ਹੀ। ਹੁਣ ਉਸ ਸੋਚ ਨੂੰ ਬਚਾਉਣ ਦੀ ਲੋੜ ਆ। ਬਚਾਓਗੇ ਪਰਮਜੀਤ ਜੀ, ਅਕਾਲੀ ਸਾਹਿਬ ਕਿਵੇਂ ਬਚਾਓਗੇ ਸੋਚ ਨੂੰ? ਕਿਉਂਕਿ ਇੱਕ ਗੱਲ ਹੋਰ ਵੀ ਆ, ਭੋਗਾਂ ਤੱਕ ਸੀਮਤ ਰਹਿ ਜਾਂਦੇ, ਕਿਤੇ ਇਹ ਨਾ ਹੋਵੇ ਕਿ ਇਹ ਇਕੱਠ ਅੱਜ ਤੱਕ ਸੀਮਤ ਰਹਿ ਜੇ, ਲੱਖਾਂ ਦਾ ਇਕੱਠ ਹੋਵੇ, ਤੁਸੀਂ ਕੋਈ ਸੁਨੇਹਾ ਨਾ ਦੇ ਸਕੋ। ਕੌਮ ਵੇਖ ਰਹੀ ਆ ਕਿ ਆਗੂਹੀਣ ਸੰਤਾਂ ਤੋਂ ਬਾਅਦ ਅਸੀਂ ਕਹੀ ਜਾਂਦੇ ਆਗੂਹੀਣ ਹੋਏ ਸੀ। ਇੱਕ ਨੌਜਵਾਨ ਆਇਆ, ਉਹ ਚਿਣਕ ਜਗਾ ਕੇ ਚਲਾ ਗਿਆ। ਇੱਕ ਚੀਜ਼ ਸਮਝਿਓ, ਹੁਣ ਰਾਤ ਦਾ ਪਰਿਵਾਰ ਵੱਲੋਂ ਇਹ ਬਾਰ-ਬਾਰ ਕਿਹਾ ਜਾ ਰਿਹਾ ਵਾ ਕਿ ਇਹ ਭੋਗ ਤੱਕ ਸੀਮਤ ਰੱਖਿਆ ਜਾਊਗਾ। ਭੋਗ ਆ, ਇਹ ਜਸਟ ਭੋਗ ਤੇ ਤੁਸੀਂ ਹਾਜ਼ਰੀ ਭਰਨੀ ਆ, ਕੋਈ ਦੋ ਅੱਖ ਨਹੀਂ। ਅਸੀਂ ਬਿਲਕੁਲ ਭਾਵਨਾ ਦੀ ਕਦਰ ਕਰਦੇ ਹਾਂ, ਪਰਿਵਾਰ ਦੀ ਭਾਵਨਾ ਵਾ, ਪਰਿਵਾਰ ਦੇ ਵਾਸਤੇ ਉਹਨਾਂ ਦਾ ਜੀ ਸੀ, ਉਹਦਾ ਗਿਆ ਵਾ। ਪਰ ਹੁਣ ਦੀਪ ਇਕੱਲਾ ਪਰਿਵਾਰ ਦਾ ਤਾਂ ਹੈ ਨਹੀਂ ਜੀ, ਪੰਥ ਦਾ ਰਹਿ ਗਿਆ, ਹੁਣ ਤਾਂ ਉਹ ਪੰਜਾਬ ਦਾ ਹੋ ਗਿਆ। ਬਾਪੂ ਵੀ ਕਹਿਣ ਦੇ ਨੇ ਇਹਦਾ ਪੋਤਾ, ਉਹ ਵੀਰ ਕਹਿੰਦਾ ਮੇਰਾ ਭਰਾ ਵਾ, ਇਹ ਕਹਿੰਦਾ ਮੇਰਾ ਭਾਈ ਆ। ਕਿਹੜਾ ਕਿਹਨੂੰ ਪੁੱਛਦੇ? ਜਿਹੜੇ ਕਹਿੰਦੇ ਸਾਰੇ ਭਰਾ ਹੀ। ਮੈਨੂੰ ਲੱਗਦਾ ਤੁਹਾਡੇ ਕੋਲ ਮਿਲਿਆ ਹੋਊ ਇਹਨਾਂ ਚੋਂ, ਬਹੁਤੇ ਨਹੀਂ ਨਾ ਮਿਲੇ। ਉਹਦੀ ਵਿਚਾਰਧਾਰਾ ਨਾਲ ਮਿਲ ਗਏ ਸੀਗੇ, ਜਿਹੜੀ ਸੰਤਾਂ ਦੀ ਜਾਂ ਸਾਡੇ ਵਡੇਰਿਆਂ ਦੀ ਸੋਚ ਦੀ ਉਹ ਗੱਲ ਕਰਦਾ ਸੀ ਖੁੱਲੇ ਤੌਰ ਦੇ ਉੱਤੇ। ਉਹ ਉਸ ਵਿਚਾਰਧਾਰਾ ਨੂੰ ਸਮਰਪਿਤ ਹੋ ਕੇ ਆਏ ਨੇ। ਪਰ ਹੁਣ ਉਸ ਵਿਚਾਰਧਾਰਾ ਨੂੰ ਅੱਗੇ ਤਾਂ ਲੈ ਕੇ ਜਾਵਾਂਗੇ ਨਾ ਜੇ ਅਸੀਂ ਚੱਲਾਂਗੇ ਉਹਦੇ ਉੱਤੇ। ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਹਾਂ ਭੋਗਾਂ ਤੱਕ ਸੀਮਤ, ਬਿਲਕੁਲ ਸੱਚ ਆ। ਅਸੀਂ ਬਰਸ਼ੀਆਂ ਤੱਕ ਤੇ ਸੰਸਕਾਰ ਭੋਗਾਂ ਤੱਕ ਸੀਮਤ ਹੋ ਜਾਂਦੇ ਆ, ਫਿਰ ਅਸੀਂ ਗਰਾਊਂਡ ਤੇ ਨਹੀਂ ਤੁਰਦੇ। ਹੁਣ ਮੌਕਾ ਇਹ ਆ, ਪਹਿਲੀ ਗੱਲ ਤਾਂ ਇਹ ਵੀ ਲੱਤਾਂ ਭਾਰ ਦੀਆਂ ਚੱਲਦੀਆਂ, ਪਹਿਲਾ ਪੁਆਇੰਟ ਤਾਂ ਇਹ ਆ ਕਿਉਂਕਿ ਸੈਂਟਰ ਨਾਲ ਮੱਥਾ ਜੀ। ਇੱਥੇ ਤਾਂ ਇਹ ਨਹੀਂ ਵੀ ਕਿਸੇ ਐਮਐਲਏ ਨਾਲ ਪੰਗਾ ਲੈਣ ਲੱਗੇ ਜਾਂ ਮੁੱਖ ਮੰਤਰੀ ਦਿੱਲੀ ਨਾਲ ਪੰਜਾਬ ਨਾਲ ਪੰਗਾ ਲਵਾਂਗੇ। ਸੈਂਟਰ ਨਾਲ ਮੱਥਾ ਉਹਨਾਂ ਨਾਲ ਜਿਹੜੇ ਤੁਹਾਨੂੰ ਖਤਮ ਕਰਨ ਦੇ ਲਈ ਹਰ ਹੀਲਾ ਹਰ ਹਰਬਾ ਵਰਤ ਰਹੇ ਨੇ ਤੇ ਵਰਤਣਗੇ ਵੀ। ਜਦੋਂ ਹੁਣ ਤਾਂ ਖਾਸ ਕਰਕੇ ਜਿਹੜੀ ਹੁਣ ਆਹ ਪਹਿਰਾ ਚੱਲ ਰਿਹਾ ਨਾ, ਹੁਣ ਤਾਂ ਉਹ ਜ਼ਿਆਦਾ ਐਕਟਿਵ ਹੋ ਜਾਣਗੇ, ਹੋਰ ਵੀ ਵੱਡੇ ਤਰੀਕੇ ਨਾਲ ਦਬਾਉਣ ਦੀ ਕੋਸ਼ਿਸ਼ ਕਰਨਗੇ। ਅਸੀਂ ਉਹ ਹੰਡਾਇਆ ਸਾਰਾ ਕੁਛ ਖਾਣਾ ਹੰਡਾ ਵੀ ਰਹੇ ਹਾਂ, ਸਾਨੂੰ ਪਤਾ ਉਹ ਕਿਵੇਂ ਟਰੀਟ ਕਰਦੇ ਨੇ, ਕਿੱਦਾਂ ਤੁਹਾਨੂੰ ਸਰੀਰਕ ਤੌਰ ਤੇ ਮਾਰਦੇ ਮਾਨਸਿਕ ਵੀ ਮਾਰਦੇ ਨੇ। ਮੰਨ ਲਓ ਹਰ ਮਹੀਨੇ 3 ਮਹੀਨੇ ਬਾਅਦ ਤੁਹਾਡੀਆਂ ਇਨਕੁਆਇਰੀਆਂ ਖੁੱਲ ਜਾਂਦੀਆਂ ਨੇ, ਨਜਾਇਜ਼ ਤੁਹਾਨੂੰ ਪਰੇਸ਼ਾਨ ਕੀਤਾ ਜਾਂਦਾ, ਮਾਨਸਿਕ ਤੌਰ ਤੇ ਪਰੇਸ਼ਾਨੀ ਹੋ ਨਾ, ਜਦੋਂ ਮਰਜ਼ੀ ਪੁਲਿਸ ਦਗੜ ਤੁਹਾਡੇ ਘਰ ਆ ਜਾਂਦੀ ਆ। ਉਹ ਸਾਨੂੰ ਜਦੋਂ ਉਹ ਹੰਡਾਉਂਦੇ ਆ ਨਾ, ਸਾਨੂੰ ਫੀਲ ਹੁੰਦਾ। ਤਾਂ ਅਸੀਂ ਕਹਿੰਦੇ ਵੀ ਹੁਣ ਮੌਕਾ, ਇੱਥੇ ਇਹ ਨਾ ਸੋਚੋ ਵੀ ਹੁਣ ਦੀਪ ਸਿੱਧੂ ਸਾਡੇ ਕੋਲ ਸਰੀਰਕ ਰੂਪ 'ਚ ਨਹੀਂ ਹੈਗਾ ਤੇ ਹੁਣ ਆਪਾਂ ਇਹਨੂੰ ਗੱਲ ਨੂੰ ਇੱਥੇ ਬਾਤ ਨੂੰ ਪਾਉਣਾ ਬੰਦ ਕਰ ਦਈਏ। ਇਹ ਬਾਤ ਪਾਉਣੀ ਪੈਣੀ ਆ ਤੇ ਇੱਥੇ ਇਹ ਵੀ ਛੱਡਣਾ ਪੈਣਾ ਵੀ ਕੋਈ ਆ ਕੇ ਅੱਗੇ ਲੱਗ ਕੇ ਤੇ ਲੱਤਾਂ ਦੇ ਭਾਰ ਚੱਲ, ਇਹ ਨਹੀਂ ਹੁੰਦਾ ਵੀਰ ਜੀ। ਇਹ ਤੁਹਾਨੂੰ ਕਰਨਾ ਪੈਣਾ, ਇਹ ਪੰਥ ਨੂੰ ਕਰਨਾ ਪੈਣਾ, ਇਹ ਨੌਜਵਾਨੀ ਨੂੰ ਕਰਨਾ ਪੈਣਾ। ਚੁਣੋ ਬੰਦਾ, ਲੱਗਦਾ ਤੁਹਾਨੂੰ ਤੁਰਦੇ ਲਾਇਕ ਹੈਗਾ, ਨਹੀਂ ਚੁਣਦੇ ਲਾਇਕ ਆਪ ਤੁਰ ਪੋ। ਪਰ ਜੇ ਤੁਸੀਂ ਇਹ ਸੋਚੋਗੇ ਵੀ ਹੁਣ ਭੋਗ ਤੋਂ ਬਾਅਦ ਅਸੀਂ ਦੀਪ ਦੀ ਸੋਚ ਨੂੰ ਇਸ ਤਰ੍ਹਾਂ ਮਨਾਉਣਾ ਵਾ ਵੀ ਅਸੀਂ ਯਾਦ ਕਰ ਲਿਆ ਕਰਾਂਗੇ ਸਾਲ ਬਾਅਦ ਉਹਨੂੰ, ਹਨਾ, ਉਹਦੀ ਫੋਟੋ ਲਾ ਲਿਆ ਕਰਾਂਗੇ, ਫੇਸਬੁੱਕ ਤੇ ਲਾ ਕੇ ਡੀਪੀ ਕਮੈਂਟ ਕਰ ਦਿਆਂਗੇ, ਗੱਲ ਨਹੀਂ ਬਣਨੀ। ਉਹ ਤਾਂ ਫਿਰ ਅਸੀਂ ਸੰਤਾਂ ਦੀ ਗੱਲ ਵੀ ਕਰ ਰਹੇ ਹਾਂ, ਪਰ ਸੰਤਾਂ ਦੀ ਜਿਹੜੀ ਵਿਚਾਰਧਾਰਾ ਸੀਗੀ ਉਹ ਸੁਰਜੀਤ ਆ ਨਾ। ਅੱਜ ਵੀ ਜੋ ਸੁਰਜੀਤ ਸੀ, ਦੀਪ ਸਿੱਧੂ ਪੈਦਾ ਹੋਇਆ ਨਾ। ਇੱਕ ਦੀਪ ਸਿੱਧੂ ਨੋਰਮਲ ਪਰਸਨ, ਫਿਲਮੀ ਐਕਟਰ ਬੰਦਾ ਸੀਗਾ, ਉਹਨੂੰ ਧਰਮ ਨਾਲ ਪੰਥ ਨਾਲ ਮਤਲਬ ਨਹੀਂ ਸੀਗਾ। ਉਹ ਆਪਣੀ ਕਮਾਈ ਕਰਦਾ ਸੀ, ਰੋਟੀ ਖਾਂਦਾ ਸੀ, ਐਸ਼ ਕਰਦਾ ਸੀ। ਪਰ ਅਚਾਨਕ ਉਹ ਪੰਥ ਦੇ ਪੰਜਾਬ ਦੀ ਗੱਲ ਕਰਨ ਲੱਗ ਗਿਆ ਕਿਉਂਕਿ ਗੁਰੂ ਸਾਹਿਬ ਨੇ ਉਹਨੂੰ ਚੁਣ ਕੇ ਗੁਰੂ ਸਾਹਿਬ ਨੇ ਉਹਦੇ ਹਿੱਸਾ ਜਿਹੜੀ ਸੇਵਾ ਲਾਈ, ਉਹ ਆਪਣੀ ਸੇਵਾ ਕਰ ਗਿਆ। ਹੁਣ ਸਾਡਾ ਫਰਜ਼ ਬਣਦਾ ਵੀ ਅਸੀਂ ਉਸ ਸੇਵਾ ਨੂੰ ਅੱਗੇ ਲੈ ਕੇ ਚੱਲਦੇ ਹਾਂ ਕਿ ਜਾਂ ਫਿਰ ਅਸੀਂ ਫਿਰ ਉਸ ਤਰ੍ਹਾਂ ਹੀ ਜਿਹੜੀਆਂ ਗੱਲਾਂ ਕਰਦੇ ਸਾਡੇ ਵੱਡਿਆਂ ਨੇ ਦਿੱਲੀ ਨਹੀਂ ਜਿੱਤੀ ਜੀ, ਅਸੀਂ ਇੰਨੀ ਵਾਰੀ ਆਹ ਕੀਤਾ ਯਾਰ, ਉਹ ਕਰ ਗਏ ਸੀਗੇ। ਬਾਬਾ ਬਘੇਲ ਸਿੰਘ ਗੱਲਾਂ ਤਾਂ ਜ਼ਰੂਰ ਕਰਦੇ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਉਹਨਾਂ ਵੀ ਉੱਥੇ ਝੰਡਾ ਝੁਲਾਇਆ, ਖਾਲਸਾ ਹੀ ਨਿਸ਼ਾਨ ਸੀ। ਉਸ ਤੋਂ ਬਾਅਦ ਜੋ ਸਮਾਂ ਆਇਆ 26 ਤਰੀਕ ਦਾ, ਪਰ 26 ਤਰੀਕ ਦਾ ਜਦੋਂ ਝੰਡਾ ਝੁਲਾਇਆ ਸੀ, ਕੁਛ ਆਪਣੇ ਨੇ ਕੋਸਿਆ ਤੇ ਕੁਛ ਆਪਣੇ ਪਿੱਛੇ ਵੀ ਹੋ ਗਏ। ਇਹ 'ਚ ਕੋਈ ਦੋਰਾਂ ਨਹੀਂ ਕਿ ਜਿੰਨੇ ਵੀ ਇਹ ਕਾਰਜ ਕੀਤੇ ਉਹ ਸਰਕਾਰਾਂ ਦੀ ਅੱਖਾਂ 'ਚ ਰੜਕਿਆ। ਉਹ ਭਾਵੇਂ ਪਰਮਜੀਤ ਅਕਾਲੀ ਹੋਵੇ ਜਾਂ ਤੁਹਾਡੇ ਸਾਥੀ ਹੋਣ, ਉਹ ਝੰਡਾ ਝੁਲਾਉਣ ਤੋਂ ਬਾਅਦ, ਜੋ ਖਾਲਸਾ ਹੀ ਨਿਸ਼ਾਨ ਝੁਲਾਉਣ ਤੋਂ ਬਾਅਦ ਬਹੁਤ ਕੁਝ ਹੋਇਆ। ਉਹਦੇ ਵਿੱਚ ਦੀਪ ਸਿੱਧੂ ਵੀ ਟਾਰਗੇਟ ਹੋਇਆ, ਹੋਰ ਵੀ ਕਈ ਨੌਜਵਾਨ ਸੀ ਜਿਨ੍ਹਾਂ ਨੂੰ ਬਾਅਦ ਜ਼ਮਾਨਤਾਂ ਵੀ ਹੋਈਆਂ। ਉਹ ਤੋਂ ਬਾਅਦ ਵਿੱਚ ਸਰਕਾਰਾਂ 'ਚ ਵੀ ਪਲਟਾ ਆਇਆ। ਕੁਝ ਉਹ ਨੌਜਵਾਨ ਕਿ ਜਿਹੜੇ ਉਸ ਟਾਈਮ ਤੇ ਉਹ ਸਰਕਾਰ ਦੇ ਵਿਰੋਧੀ ਸੀ, ਉਹ ਸਰਕਾਰ ਦੇ ਪਾਲੇ 'ਚ ਬਹਿ ਜਾਂਦੇ ਜਾ ਕੇ। ਵੱਡੀ ਚੀਜ਼ ਇਹ ਆ ਵੀ ਜਦੋਂ ਤੁਸੀਂ ਪੰਥ ਦੀ ਗੱਲ ਕਰਦੇ ਹੋ, ਪੰਜਾਬ ਦੀ ਗੱਲ ਕਰਦੇ ਹੋ, ਇਹ ਸੱਚ ਆ ਵੀ ਉਦੋਂ ਤੁਹਾਡੇ ਨਾਲ ਲੋਕ ਨਹੀਂ ਤੁਰਦੇ। ਪ੍ਰੋਬਲਮ ਵੱਡੀ ਚੀਜ਼ ਕੀ ਆ ਨਾ, ਕਿਉਂਕਿ ਤੁਹਾਨੂੰ ਮੈਨੂਪਲੇਟ ਕੀਤਾ ਹੋਇਆ ਵਾ। ਜਿਵੇਂ ਖਾਲਿਸਤਾਨ ਨੂੰ ਹਊਆ ਬਣਾਇਆ ਹੋਇਆ ਵਾ ਵੀ ਖਾਲਿਸਤਾਨ ਦੀ ਗੱਲ ਨਹੀਂ ਕਰਨੀ। ਖਾਲਿਸਤਾਨ ਕਿਹੜੀ ਗੱਲ ਕਰਦੇ? ਖਾਲਸਾ ਰਾਜ ਦੀ।
ਇਹ ਤਾਂ ਨਹੀਂ ਕਹਿੰਦੇ ਤੁਸੀਂ 250 ਕਿਲੋਮੀਟਰ ਦੀ ਰਾਜ ਦੀ ਗੱਲ ਕਰਦੇ ਵੀ ਅਸੀਂ ਪੰਜਾਬ 'ਚ 250 ਕਿਲੋਮੀਟਰ ਲੈਣਾ। ਅਸੀਂ ਤਾਂ ਖਿੱਤੇ ਦੀ ਗੱਲ ਕਰਦੇ ਹਾਂ। ਉਹ ਖਿੱਤਾ ਜਿਹੜਾ ਸਾਡਾ, ਜਿਹਨੂੰ ਅਸੀਂ ਖੁਦ ਵਸਾਇਆ, ਉਹਨੂੰ ਅਸੀਂ ਪੈਦਾ ਕੀਤਾ, ਬਣਾਇਆ, ਵੱਡਾ ਕੀਤਾ, ਅੱਜ ਉਸ ਖਿੱਤੇ ਸਾਨੂੰ ਬਾਹਰ ਕੱਢ ਦਿੱਤਾ ਗਿਆ, ਸਾਡੇ 'ਚੋਂ ਵੱਖਰੇ ਕਰ ਦਿੱਤਾ ਗਿਆ। ਜਿਵੇਂ ਹਿਮਾਚਲ ਤੁਸੀਂ ਜਾਣਦੇ ਹੋ, ਰਾਜਸਥਾਨ ਛੋਟਾ ਕਰਤਾ, ਚੰਡੀਗੜ੍ਹ ਸਾਡੇ ਕੋਲ ਖੋਹ ਲਿਆ। ਅਸੀਂ ਤਾਂ ਉਸ ਖਿੱਤੇ ਦੀ ਗੱਲ ਕਰ ਰਹੇ ਹਾਂ। ਪਰ ਅਸੀਂ ਇਹ ਵੀ ਕਹਿੰਦੇ ਹਾਂ, ਜੇ ਤੁਸੀਂ ਸਾਨੂੰ ਇਹ ਕਹਿੰਦੇ ਹੋ ਵੀ ਅਸੀਂ ਖਾਲਿਸਤਾਨ ਮੰਗਦੇ ਹਾਂ, ਤੁਸੀਂ ਸਾਨੂੰ ਬਰੋਬਰ ਦਾ ਸ਼ਹਿਰੀ ਬਣਾ ਕੇ ਰੱਖੋ ਨਾ। ਫਿਰ ਅਸੀਂ 99% ਸਿਰ ਦਿੱਤੇ ਨੇ, 99% ਸਿਰ ਲੱਗੇ ਨੇ। ਅਸੀਂ ਜੇ ਆਪਣੇ ਰਾਜ ਦੀ ਗੱਲ ਕਰਦੇ ਹਾਂ ਤਾਂ ਹੀ ਕਰਦੇ ਹੋ, ਸਾਨੂੰ ਮਜਬੂਰ ਕਰ ਰਹੇ ਹੋ। ਜੇ ਹਵਾ ਨਹੀਂ ਹੈਗਾ ਤਾਂ ਤੁਹਾਨੂੰ ਡਰ ਕਾਹਦਾ? ਦੋਵੇਂ ਬੰਨੇ ਚੱਲਦੀਆਂ ਨਾ ਸਰਕਾਰਾਂ। ਪਰ ਜਿਹੜੇ ਲੋਕ ਨੇ, ਜਿਹੜੀ ਤੁਸੀਂ ਗੱਲ ਕਰਦੇ ਹੋ ਝੰਡੇ ਦਾ ਵਿਰੋਧ ਹੋਇਆ ਜਾਂ ਖਾਲਸਾ ਰਾਜ ਦੀ ਗੱਲ ਦਾ ਵਿਰੋਧ ਕਰਦੇ ਨੇ, ਉਹਨਾਂ ਦੀ ਮਨੋਬਿਰਤੀ ਇੰਨੀ ਕੀ ਹੈ ਵੀਰ ਜੀ, ਉਹ ਸਿਰਫ ਆਪਣੇ ਨਿੱਜ ਤੱਕ ਸੀਮਤ ਨੇ। ਉਹਨਾਂ ਨੂੰ ਆਪਣਾ ਪਿਆਰਾ ਵਾ ਨਿੱਜ। ਕਿਸੇ ਨੂੰ ਚੌਧਰ ਪਿਆਰੀ ਹੈ, ਕਿਸੇ ਕੋਈ ਪੈਸੇ ਵਾਸਤੇ ਤੁਰਿਆ ਫਿਰਦਾ, ਕੋਈ ਇੱਥੇ ਕੋਈ ਐਮਐਲਏ ਜਾਂ ਐਮਪੀ ਬਣਨ ਨੂੰ ਫਿਰਦਾ ਹੋਊਗਾ, ਕੋਈ ਪ੍ਰਧਾਨਗੀ ਲੈਣ ਨੂੰ ਫਿਰਦਾ। ਇੱਥੇ ਜਦੋਂ ਤੁਸੀਂ ਪੰਥ ਲਈ ਤੁਰਨਾ ਨਾ, ਤਾਂ ਫਿਰ ਪਾਤਸ਼ਾਹ ਨੇ ਬੜਾ ਸਪਸ਼ਟ ਕੀਤਾ ਕਿ ਮਾਰਗ ਪੈਰ ਧਰੀਜੈ, ਸਿਰ ਦੀਜੈ ਖਾਨਾ ਕੀਜੈ। ਇਹ ਉਹ ਕਨਸੈਪਟ ਆ, ਇਹ ਉਹ ਰਸਤਾ ਵਾ ਜਿਹਦੇ ਤੇ ਤੁਰਨਾ। ਇਸ ਰਸਤੇ ਤੇ ਤੁਰਨ ਵਾਸਤੇ ਤੁਹਾਨੂੰ ਪਹਿਲਾਂ ਉਹ ਦੀਪ ਦੀ ਗੱਲ ਕਰਦੇ ਹੋਣੇ, ਨੌਜਵਾਨ ਦੀਪ ਨੂੰ ਪਿਆਰ ਕਰਦੇ ਨੇ, ਪਰ ਉਹ ਕਹਿੰਦਾ ਕੀ ਸੀ ਵੀ ਮਤਲਬ ਤੁਹਾਨੂੰ ਮੌਤ ਦਾ ਡਰ ਕੱਢਣਾ ਪੈਣਾ। ਨੌਜਵਾਨ ਸੀ ਜਦੋਂ ਗੋਲੀ ਚੱਲੀ ਸੀ ਨਾ 26 ਤਰੀਕ ਵਾਲੇ ਦਿਨ, ਮੈਂ ਵੀ ਉੱਥੇ ਸੀ। ਉਸ ਟਾਈਮ ਦੀ ਤਸਵੀਰ ਵੀ ਵਾਇਰਲ ਹੋਈ, ਉਸ ਨੌਜਵਾਨ ਨੂੰ ਗੋਲੀ ਵੱਜੀ। ਪਰ ਸਾਡੀਆਂ ਜਥੇਬੰਦੀਆਂ ਨੇ ਉਹਨੂੰ ਸ਼ਹੀਦ ਐਲਾਨਣ 'ਚ ਸਮਾਂ ਲਾਤਾ। ਬਾਕੀ ਸਾਰੇ ਚਲੋ ਸਤਿਕਾਰਯੋਗ ਆ, ਜਿਹਨੇ ਉੱਥੇ ਸਮਾਂ ਨਿਭਾਈਆਂ। ਟਰੱਕ ਤੇ ਆਉਂਦਾ ਵੀ ਡਿੱਗਾ, ਉਹ ਵੀ ਸ਼ਹੀਦ ਸੀ। ਕਿਸੇ ਐਕਸੀਡੈਂਟ ਦੇ ਵਿੱਚ ਉਦਾਂ ਮਰਿਆ, ਉਹ ਵੀ ਸ਼ਹੀਦ ਸੀ। ਪਰ ਉਹ ਨੌਜਵਾਨ ਨੂੰ ਜਦੋਂ ਗੋਲੀ ਵੱਜ ਜਾਂਦੀ ਆ, ਬਾਪੂ ਹਰਦੀਪ ਸਿੰਘ ਢੇਡੋਬਾ ਲਗਾਤਾਰ ਉਹਨਾਂ ਸੰਘਰਸ਼ ਵਿੱਢਿਆ, ਉਹਨਾਂ ਦਾ ਲੋਕ ਨੌਜਵਾਨੀ ਨੇ ਸਾਥ ਦਿੱਤਾ। ਉਸ ਤੋਂ ਬਾਅਦ ਵਿੱਚ ਉਸ ਐਲਾਨ ਕੀਤਾ ਗਿਆ। ਉਹ ਸਟੇਜ ਤੋਂ ਵੀ, ਇੱਕ ਸਟੇਜ ਤੋਂ ਐਲਾਨ ਹੋ ਚੁੱਕਾ ਸੀ, ਉੱਥੇ ਪ੍ਰੋਗਰਾਮ ਵੀ ਹੋਏ, ਪਰ ਦੂਜੀ ਸਟੇਜ ਤੋਂ ਤਾਂ ਕਿਹਾ ਹੀ ਨਹੀਂ ਗਿਆ ਕਿ ਨਵਰੀਤ ਸਿੰਘ ਸ਼ਹੀਦ ਆ। ਤੇ ਫਿਰ ਕੌਮ ਜਾਂ ਨੌਜਵਾਨੀ ਕਿੱਦਾਂ ਚੱਲੇ ਨਾਲ? ਮੈਨੂੰ ਇੱਕ ਜਵਾਬ ਦਿਓ, ਤੁਸੀਂ ਸਾਰੇ ਹੋ। ਦੀਪ ਸਿੱਧੂ ਨੂੰ ਕਦੀ ਹੁਣ ਤੱਕ ਜਦੋਂ ਦਾ ਪਹਿਰਾ ਹੋਇਆ ਵਾ, ਕਿਸੇ ਨੇ ਅਨਾਉਂਸ ਕੀਤਾ ਦੀਪ ਸਿੱਧੂ ਨੂੰ ਵੀ ਇਹ ਸ਼ਹੀਦ ਆ? ਕਿਸੇ ਜਥੇਬੰਦੀ ਨੇ, ਪੰਥ ਵੱਲੋਂ ਕਿਤੇ ਹੋਇਆ? ਇਹ ਆਪ ਮੁਹਾਰੇ ਹੋਇਆ ਵਾ। ਐਕਸੀਡੈਂਟ ਦੇ ਵਿੱਚ ਗਿਆ, ਬੇਸ਼ੱਕ ਉਹ ਸਰਕਾਰਾਂ ਨੇ ਪਲਾਨ ਕਰਕੇ ਮਾਰ ਸ਼ਹੀਦ ਕਰਤਾ, ਪਰ ਉਹ ਗਿਆ ਤਾਂ ਐਕਸੀਡੈਂਟ ਦੇ ਵਿੱਚ ਨਾ। ਜੇ ਤੁਸੀਂ ਦੂਜੇ ਐਂਗਲ ਤੋਂ ਦੇਖਦੇ ਹੋ, ਫਿਰ ਐਕਸੀਡੈਂਟ ਨਾਲ ਮਰਿਆ ਕਿ ਬੰਦਾ ਉਹਨੂੰ ਸ਼ਹੀਦ ਕਿਵੇਂ ਕਹਿ ਸਕਦੇ? ਪਰ ਨਹੀਂ, ਇੱਥੇ ਉਹ ਵਰਤਾਰਾ ਨਹੀਂ ਹੈਗਾ। ਇੱਥੇ ਵਰਤਾਰਾ ਉਹ ਆ ਵੀ ਇਹਨੂੰ ਆਪ ਮੁਹਾਰੇ ਸੰਗਤ ਨੇ। ਮੇਰੇ ਕਹਿਣ ਦਾ ਮਤਲਬ ਕਿ ਪਛਾਣੇ ਨਵਰੀਤ ਨੂੰ ਨਹੀਂ ਪਛਾਣਿਆ। ਨਵਰੀਤ ਨੂੰ ਕਈ ਦਿਨ, ਕਈ ਮਹੀਨੇ ਬਾਪੂ ਹਰਦੀਪ ਸਿੰਘ ਢੇਡੋਬਾ ਇੱਕ ਸੰਘਰਸ਼ ਕੀਤਾ ਉਹਨੇ ਨੌਜਵਾਨੀ ਨਾਲ। ਨਾ ਵੀਰ ਜੀ, ਜਿਹੜਾ ਉੱਥੇ ਤਾਣਾ ਬਣਾ ਸੀ ਨਾ, ਜਿਹੜੀ ਕਾਮਰੇਡੀ ਬਿਰਤੀ ਸੀ ਉੱਥੇ, ਉਸ ਕਾਮਰੇਡੀ ਬਿਰਤੀ ਨੇ ਤੁਹਾਨੂੰ ਉਹ ਗੱਲ ਕਰ ਨਹੀਂ ਦਿੱਤੀ। ਜਿਵੇਂ ਨਿਸ਼ਾਨ ਸਾਹਿਬ ਦੀ ਉਹ ਗੱਲ ਕਰਤੀ ਸੀ ਕਿ ਤੇ ਨਿਸ਼ਾਨ ਸਾਹਿਬ ਨਾ ਚਲਾਏ ਜਾਣ। ਜਿਸ ਨਿਸ਼ਾਨ ਦੇ ਥੱਲੇ ਤੁਸੀਂ ਲੜ ਰਹੇ ਹੋ, ਜਿਸ ਨਿਸ਼ਾਨ ਦੇ ਕਰਕੇ ਤੁਸੀਂ ਜਿੱਤਣਾ ਜਾਂ ਤੁਸੀਂ ਜਿੱਤੋਗੇ ਜਾਂ ਨਿਚਰ ਤੋਂ ਕਰ ਰਹੇ ਹੋ, ਤੁਸੀਂ ਅੱਜ ਤੋਂ ਮੁਨਕਰ ਕਿਵੇਂ ਹੋ ਜਾਓਗੇ? ਨਿਸ਼ਾਨ ਤੋਂ ਬਿਨਾਂ ਤੁਸੀਂ ਚੱਲ ਹੀ ਨਹੀਂ ਸਕਦੇ। ਪੰਥ ਦਾ ਪੰਜਾਬ ਤਾਂ ਚੱਲ ਹੀ ਨਹੀਂ ਸਕਦਾ ਕਦੀ ਵੀ। ਪੰਥ ਤੇ ਪੰਜਾਬ ਵੱਖਰਾ ਨਹੀਂ ਹੈਗਾ ਵੀਰ ਜੀ, ਹਿੱਸਾ ਤਾਂ ਇੱਕ ਹੀ ਆ ਨਾ। ਸਿਰਫ ਸਾਨੂੰ ਐਂ ਵੰਡਤਾ ਉਹਨਾਂ ਨੇ, ਸਾਨੂੰ ਦਿਖਾ ਐਂ ਦਿੱਤਾ। ਪਰ ਪੰਜਾਬ ਦੇ ਪੰਥ ਕਦੀ ਵੀ ਇਕੱਠੇ ਨਹੀਂ, ਵੱਖਰੇ ਨਹੀਂ ਚੱਲ ਸਕਦੇ। ਪੰਥ ਹੈ ਤੇ ਪੰਜਾਬ ਆ, ਤੇ ਪੰਜਾਬ ਆ ਤੇ ਫਿਰ ਅਗਲੀ ਗੱਲ ਤੁਸੀਂ ਕਰੋਗੇ। ਪਰ ਜਿਹੜੀ ਤੁਸੀਂ ਗੱਲ ਕਰਦੇ ਹੋ, ਜਿਹੜੀ ਉੱਥੇ ਉਹ ਕਾਮਰੇਡ ਸੀ ਨਾ, ਜਿਹੜਾ ਉਹ ਤਾਣਾ ਬਾਣਾ ਸੀਗਾ, ਉਹਨਾਂ ਦੇ ਵੱਲੋਂ ਜਿਹੜੀ ਇਹ ਕੋਸ਼ਿਸ਼ ਸੀਗੀ, ਉਹ ਹਮੇਸ਼ਾ ਮਾਹੌਲ ਸਿਰਜਣ, ਨੈਰੇਟਿਵ ਕਹਿੰਦਾ ਸੀ ਦੀਪ, ਉਹ ਨੈਰੇਟਿਵ ਸਿਰਜਣ ਦਾ ਉਹਨਾਂ ਦਿੱਤਾ ਵੀ ਜਿੱਥੇ ਇਹ ਚੀਜ਼ ਨੂੰ ਖਤਮ ਕਰ ਦਿੱਤਾ ਜਾਵੇ ਵੀ ਸ਼ਹੀਦ ਵਾਲਾ। ਹੁਣ ਤੁਸੀਂ ਦੀਪ ਵਾਲਾ ਹੀ ਪਹਿਰਾ ਦੇਖ ਲਓ, ਆਪ ਮੁਹਾਰੇ ਹੀ ਆ। ਤੁਸੀਂ ਦੇਖ ਰਹੇ ਹੋ ਕਿਵੇਂ ਵੱਡੇ ਵੱਡੇ ਉੱਥੇ ਰੈਲੀਆਂ ਹੋ ਰਹੀਆਂ ਨੇ, ਕਿਵੇਂ ਸੰਗਤ ਮੋਮਬੱਤੀ ਮਾਰਚ, ਕੋਈ ਜੋ ਕਿਸੇ ਦੀ ਭਾਵਨਾ ਵਾ, ਬਾਹਰਲੇ ਮੁਲਕਾਂ ਤੱਕ ਚੱਲ ਰਿਹਾ ਪਹਿਰਾ। ਇਕੱਠ ਨਹੀਂ ਹੋ ਸਕਦੇ। ਕੱਲ ਦੱਸ ਜਦੋਂ ਇੱਥੇ ਆਉਣ ਡਿਆ ਸੀ ਰਸਤੇ ਤੇ, ਜੋ ਫਗਵਾੜੇ 'ਚ ਇੱਕ ਵੱਡਾ ਇਕੱਠ ਹੋਇਆ, ਨੌਜਵਾਨੀ ਚੱਲੀ, ਪ੍ਰਸ਼ਾਸਨ ਨੇ ਰੋਕਿਆ ਵੀ, ਪਰ ਪ੍ਰਸ਼ਾਸਨ ਨੂੰ ਦੱਸਿਆ ਗਿਆ ਕਿ ਇਹ ਸਾਡੀ ਸੋਚ ਆ, ਇਹ ਸੋਚ ਨੂੰ ਤੁਸੀਂ ਰੋਕ ਨਹੀਂ ਸਕਦੇ। ਦੇਖੋ ਤੁਸੀਂ, ਇੱਕ ਨੌਜਵਾਨ ਚੱਲ ਗਿਆ ਤੇ ਉਹਨੂੰ ਪਿਆਰ ਕਰਨ ਵਾਲੇ ਸਿਰਫ ਇੱਕ ਮਾਰਚ ਕੱਢ ਰਹੇ ਨੇ, ਕੈਂਡਲ ਮਾਰਚ, ਉਹ ਵੀ ਰੋਕਿਆ ਜਾ ਰਿਹਾ। ਕਿੰਨਾ ਡਰਦੇ ਨੇ ਉਹ। ਹੁਣ ਸਮਝੀਏ ਨਾ, ਆਪਣੀ ਤਾਕਤ ਮਹਿਸੂਸ ਕਰੀਏ ਨਾ। ਅਸੀਂ ਤਾਕਤ ਨਹੀਂ ਨਾ ਮਹਿਸੂਸ ਕਰਦੇ ਹਜੇ। ਤੁਸੀਂ ਇੱਕ ਨੌਜਵਾਨ ਦੇ ਜਾਨ ਦੀ ਯਾਦ ਦੇ ਵਿੱਚ ਸਿਰਫ ਮਾਰਚ ਕੱਢ ਰਹੇ ਹੋ, ਤੇ ਉਹਨਾਂ ਦੀਆਂ ਹੱਥਾਂ ਪੈਰਾਂ ਦੀ ਫੁੱਲ ਗਏ ਉਹਨਾਂ ਦੇ। ਹੁਣੇ ਟੈਨਸ਼ਨ ਪੈ ਗਈ, ਤੁਹਾਡੇ ਮਾਰਚ ਵੀ ਬੈਨ ਕਰਨ ਲੱਗ ਗਏ, ਭਵਿੱਖ 'ਚ ਹੋਰ ਵੀ ਕੁਝ ਕਰਨਗੇ ਬੜਾਓ। ਜਿਹੜਾ ਦੀਪ ਦੀ ਗੱਲ ਹੈ ਕਿ ਚਲੋ ਉਹਨੂੰ ਵੀ ਚੱਕਣਗੇ, ਉਹ ਕੋਈ ਸ਼ੱਕ ਨਹੀਂ ਹੈਗਾ। ਪਰ ਫਿਰ ਇੱਥੇ ਤੁਸੀਂ ਇਹ ਤਾਂ ਮਹਿਸੂਸ ਕਰੋ ਯਾਰ, ਤੁਸੀਂ ਤਗੜੇ ਕਿੰਨੇ ਹੋ। ਜੇ ਤੁਸੀਂ ਇੰਨੇ ਤਕੜੇ ਹੋ ਕਿ ਤੁਹਾਡੀ ਇੱਕ ਜਕਾਰੇ ਤੋਂ ਉਹਨਾਂ ਦੇ ਉਹ ਰੰਗ ਪੁੱਡੀ ਜਾਂਦੇ ਨੇ, ਜਕਾਰੇ ਤੁਹਾਡੇ ਬਿਆਨ ਕਰਨੇ ਨਹੀਂ ਕਰ ਸਕਦੇ। ਤੁਸੀਂ ਕੀ ਨਹੀਂ ਕਰ ਸਕਦੇ, ਇਹ ਸੋਚਣਾ ਪਊਗਾ ਹਰ ਨੌਜਵਾਨ ਨੂੰ। ਅੱਜ ਦਾ ਥੋੜਾ ਤਿਆਰੀਆਂ ਬਾਰੇ ਦੱਸੋ, ਕਿਉਂਕਿ ਕੱਲ ਦੀ ਤੁਹਾਡੀ ਮੀਟਿੰਗ ਹੋਈ ਸੀ, ਪਰਿਵਾਰ ਨਾਲ ਬੈਠੇ ਤੇ ਤੁਸੀਂ। ਸਵੇਰ ਦਾ ਸਮਾਂ ਵਾ, ਨੌਜਵਾਨੀ ਦਾ ਬਹੁਤ ਵੱਡਾ ਇਕੱਠ ਹੋਣ ਜਾ ਰਿਹਾ, ਬਜ਼ੁਰਗ, ਬੀਬੀਆਂ, ਤੇ ਰਾਤੀ ਇੱਕ ਛੋਟੀ ਜਿਹੀ ਬੱਚੀ ਨਾਲ ਗੱਲ ਹੋਈ, 10 ਸਾਲ ਦੀ ਬੱਚੀ ਸੀ, ਦਿੱਲੀ ਤੋਂ ਆਈ। ਉਹ ਕਹਿੰਦੀ ਕਿ ਮੇਰਾ ਵੀਰ ਦੀਪ ਲਾਈਵ ਹੋਊਗਾ। ਉਹਨੂੰ ਇੱਕ ਦਿਮਾਗ ਦੇ ਵਿੱਚ ਬੈਠੀ ਸੀ ਗੱਲ। ਬੇਸ਼ੱਕ ਉਹ ਲਾਸਟ ਦੇ ਵਿੱਚ ਇਹ ਵੀ ਕਹੇਗੀ ਕਿ ਮੈਨੂੰ ਪਤਾ ਉਹਨੇ ਲਾਈਵ ਨਹੀਂ ਹੋਣਾ, ਪਰ ਮੈਨੂੰ ਆਸ ਸੀ ਕਿ ਫਿਰ ਦੀਪ ਲਾਈਵ ਹੋਵੇ। ਘਰ ਘਰ ਜੋਤ ਜਗਾਈ ਆ ਦੀਪ ਨੇ। ਅੱਜ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਥੋੜ੍ਹੀਆਂ ਦੱਸ ਦਿਓ। ਐਸਜੀਪੀਸੀ ਦੇ ਨਾਲ ਪਰਿਵਾਰ ਨੇ ਸੰਪਰਕ ਕੀਤਾ ਸੀਗਾ, ਉਹਨਾਂ ਦੇ ਵੱਲੋਂ ਇਹ ਟੋਡਰਮਲ ਦੀ ਹਵੇਲੀ ਜਿਹੜੀ ਸੀ ਆਪਣੀ, ਇਹਨਾਂ ਨੇ ਦੀਵਾਨ ਹਾਲ ਦਿੱਤਾ ਵਾ। ਜਿਹੜੀ ਵੀ ਉੱਥੇ ਜਥੇਬੰਦੀ ਬਣਾਈ ਹੋਈ ਸੀ ਵਾਰਸ ਪੰਜਾਬ ਦੇ, ਜਾਂ ਸਾਡੇ ਵੱਲੋਂ ਜਿੰਨੇ ਵੀ ਸਾਡੇ ਸੇਵਾਦਾਰ ਨੇ ਜਾਂ ਹੋਰ ਜਥੇਬੰਦੀਆਂ ਦੇ, ਸਾਰਿਆਂ ਨੂੰ ਬੇਨਤੀ ਕੀਤੀ ਗਈ ਆ ਕਿ ਇੱਥੇ ਥੋੜਾ ਸਿਸਟਮ ਨੂੰ ਪ੍ਰੋਪਰ ਢੰਗ ਦੇ ਨਾਲ ਜਿਹੜਾ ਉਹ ਚਲਾਇਆ ਜਾਏ। ਬਾਕੀ ਸੰਗਤ ਸਿਆਣੀ ਹੈ ਇੱਥੇ, ਕਿਉਂਕਿ ਇੱਥੇ ਕੋਈ ਸਿਆਸੀ ਕਾਨਫਰੰਸ ਤਾਂ ਹੈ ਨਹੀਂ ਆ। ਆਪਾਂ ਤਾਂ ਆਪਣੇ ਸ਼ਹੀਦ ਨੂੰ ਯਾਦ ਕਰਨ ਆਏ ਆ ਤੇ ਉਹਦੀ ਸੋਚ ਨੂੰ ਅੱਗੇ ਲੈਣ ਆਏ ਆ। ਨੌਜਵਾਨ ਸਿਆਣੇ ਨੇ ਸਾਰੇ, ਜਾਬਤੇ 'ਚ ਰਹਿ ਕੇ, ਪਹਿਰੇ 'ਚ ਰਹਿ ਕੇ,
ਤੇ ਕਰਨਗੇ। ਬਾਕੀ ਪਰਿਵਾਰ ਦੀ ਜਿਹੜੀ ਭਾਵਨਾ, ਵੇਖੋ ਪਰਿਵਾਰ ਦੀ ਭਾਵਨਾ ਨੂੰ ਮੈਂ ਕਦਰ ਕਰਦਾ ਕਿ ਜਿਵੇਂ ਉਹਨਾਂ ਦਾ ਇਹ ਕਹਿਣਾ, ਜਿਵੇਂ ਰਾਤੀ ਤੁਸੀਂ ਦੇਖਿਆ ਵੀਡੀਓ ਵੀ ਉਹਨਾਂ ਨੇ ਪਾਈ ਆ ਕਿ ਭੋਗ ਤੱਕ ਸੀਮਤ ਰੱਖਿਆ ਜਾਵੇ, ਇੱਥੇ ਕੋਈ ਜਕਾਰੇ ਜਿਵੇਂ ਕਿ ਨਾਰੇ ਜਿਹੜੇ ਕਿਸੇ ਤਰ੍ਹਾਂ ਦੇ ਨਾਮ ਮਾਰੇ ਜਾਣ। ਪਰ ਮੇਰੀ ਬੇਨਤੀ ਇਹ ਆ, ਹਰ ਇੱਕ ਦੀ ਭਾਵਨਾ ਵਾ, ਇੱਥੇ ਅਸੀਂ ਕਿਸੇ ਦੀ ਭਾਵਨਾ ਨੂੰ ਰੋਕ ਨਹੀਂ ਸਕਦੇ। ਠੀਕ ਆ, ਗੁਰੂ ਸਾਹਿਬ ਦਾ ਸਤਿਕਾਰ ਸਾਰਿਆਂ ਵਾਸਤੇ ਜ਼ਰੂਰੀ ਆ, ਕੋਈ ਦੋਰਾਵਾਂ ਨਹੀਂ, ਗੁਰੂ ਸਾਹਿਬ ਸਤਿਕਾਰ ਕਾਇਮ ਰਵੇ। ਪਰ ਜੇ ਤੁਸੀਂ ਆਪਣੇ ਹੱਕ ਦੀ ਗੱਲ ਜਾਂ ਆਪਣੇ ਰਾਜ ਦੀ ਗੱਲ ਨਾ ਕਰੋਗੇ, ਹੁਣ ਇੱਥੇ ਖਲੋਗੇ ਨਾਲੇ ਸਟੇਜ ਤੇ ਆ ਕੇ ਵੀ, ਤੇ ਫਿਰ ਕੀ ਫਾਇਦਾ ਵਾ? ਹਮੇਸ਼ਾ ਹੀ ਗੱਲ ਹੋਣ ਦੀ ਕੀਤੀ, ਗੱਲ ਜ਼ਮੀਰ ਦੀ ਕੀਤੀ, ਕਿਉਂਕਿ ਉਹ ਕਹਿੰਦਾ ਜ਼ਮੀਨਾਂ ਦੀ ਲੜਾਈ ਨਹੀਂ ਰਹਿ ਗਈ, ਇਹ ਤੇ ਹੋਣ ਦੀ ਲੜਾਈ ਆ। ਬਚਾਉਣੀ ਅਸੀਂ ਆਪਣੀ ਜਵਾਨੀ ਬਚਾਉਣੀ ਆ। ਤਿਆਰੀ ਦੀ ਆ ਗੱਲ, ਇਹਦੀ ਆ ਗੱਲ। ਉਹ ਕਹਿੰਦਾ ਵੀ ਗੱਲ ਸਹਿ ਦੀ ਨਹੀਂ, ਗੱਲ ਪੈਸੇ ਦੀ ਆ ਵੀ ਸਭ ਕੁਝ ਅਸੀਂ ਕੀਤਾ, ਤੁਹਾਨੂੰ ਆਜ਼ਾਦੀ ਵੀ ਦਵਾਈ, ਹੁਣ ਤੁਹਾਡੇ ਵਾਸਤੇ ਲੜਦੇ ਵੀ ਫਿਰਦੇ ਆ। ਕੱਲ ਬੰਗਲੌਰ ਦੇ ਵਿੱਚ ਇੱਕ ਬੱਚੀ ਦੀ ਕੇਸ ਕੀ ਬੰਨਣ ਤੇ ਪਾਬੰਦੀ ਲਾਤੀ ਸਕੂਲ ਚ। ਜਿਵੇਂ ਪਹਿਲਾਂ ਹਿਜਾਬ ਦੇ ਲਾਈ ਸੀ, ਹੁਣ ਉਹ ਕੁੜੀ ਗੁਰਸਿੱਖ ਬੱਚੀ ਆ, ਖੰਡ ਕੀਰਤਨੀ ਸਿੰਘੜੀ ਸਕੂਲ ਚ ਜਿਵੇਂ ਪਹਿਲਾਂ ਹਿਜਾਬ ਦੇ ਲਾਈ ਸੀ, ਹੁਣ ਉਹ ਕੁੜੀ ਗੁਰਸਿੱਖ ਬੱਚੀ ਆ, ਖੰਡ ਕੀਰਤਨੀ ਸਿੰਘੜੀ ਸਿੰਘ ਆ, ਕੋਈ ਦੀ ਬੇਟੀ ਆ। ਅਗਰ ਤੁਸੀਂ ਸਕੂਲ ਦੇ ਵਿੱਚ ਕੇਸ ਮਹਿਸੂਸ ਕੀ ਕਰਾਇਆ ਜਾ ਰਿਹਾ ਤੁਹਾਨੂੰ? ਇੱਥੇ ਸਾਨੂੰ ਇਹ ਫੈਸਲਾ ਕਰਨਾ ਪੈਣਾ ਵੀ ਜਿਹੜੀ ਦਸਤਾਰਾਂ ਤੁਸੀਂ ਲਾਤੀਆਂ ਨਾ ਆਪਣੇ ਸਿਰਾਂ ਤੋਂ ਬੱਚਿਓ, ਉਹ ਬੰਨੋਗੇ ਨਾ ਤੇ ਉਹ ਚੁੱਭਦੀਆਂ ਨੇ, ਪਰ ਉਹ ਬੰਨੋਗੇ ਤੇ ਉਹਨਾਂ ਨੂੰ ਮਹਿਸੂਸ ਹੋਊਗਾ ਵੀ ਜਾਗਦੇ ਨੇ, ਉਹ ਫਿਰ ਤੁਹਾਡੇ ਕੋਲ ਡਰਨਗੇ। ਉਹ ਟੇਬਲ ਟਾਕ ਦੀ ਗੱਲ ਕਰਦਾ ਸੀ ਨਾ ਦੀਪ, ਉਹ ਤਾਂ ਹੀ ਕਰਨਗੇ ਨਾ ਜੇ ਤੁਹਾਡੇ ਹੱਥ ਹਥਿਆਰ ਹੋਊਗਾ, ਤੇ ਹੱਥੇ ਹੋ ਕੇ ਤੁਸੀਂ ਗੱਲ ਕਰੋਗੇ, ਤੁਹਾਡੀ ਕਿਹਨੀ ਸੁਣਨੀ ਆ? ਪਰ ਤੁਹਾਨੂੰ ਆਪਣੀ ਤਾਕਤ ਦਾ ਅਹਿਸਾਸ ਕਰਨਾ ਪੈਣਾ ਤੇ ਤਾਕਤ ਮਹਿਸੂਸ ਕਰਾਉਣੀ ਪੈਣੀ ਹੈ ਦੁਸ਼ਮਣ ਨੂੰ ਵੀ ਅਸੀਂ ਇਕੱਠੇ ਆ। ਜੇ ਤੁਸੀਂ ਸਾਡੇ ਕੰਨੀ ਝਾਕੋਗੇ ਵੀ ਤਾਂ ਅਸੀਂ ਅਗਲੇ ਵੇਲੇ ਸਵਾਲ ਕਰਾਂਗੇ ਤੁਹਾਨੂੰ।